प्रोग्राम रणजीत नगारा देख रहे सारे दर्शकों ਨੂੰ मैं सरबजीत सिंह ਘੁਮਾਣ फतेह अर्ज करता हाँ जी। वाहिगुरू जी का खालसा वाहिगुरू जी की फतेह। ਅੱਜ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ 8ਵੀਂ ਮੀਟਿੰਗ ਜਿਹੜੀ ਆ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈ। ਜਿਵੇਂ ਕਿ ਪਹਿਲੇ ਸਾਰਿਆਂ ਨੂੰ ਪਤਾ ਸੀਗਾ ਕਿ ਨਿਕਲਣਾ ਵਿੱਚੋਂ ਕੁਝ ਨਹੀਂ, ਉਵੇਂ ਹੋਇਆ। ਤੋਮਰ ਨੇ ਤੇ ਹੋਰ ਜਿਹੜੇ ਭਾਰਤੀ ਮੰਤਰੀ ਸੀਗੇ ਉਹਨਾਂ ਨੇ ਉਹੀ ਰਾਗ ਅਲਾਪਿਆ ਜਿਹੜਾ ਉਹ ਪਿਛਲੀਆਂ ਮੀਟਿੰਗਾਂ ਵਿੱਚ ਅਲਾਪ ਰਹੇ ਨੇ ਕਿ ਜੀ ਬਿੱਲ ਤਾਂ ਨਹੀਂ ਰੱਦ ਹੋਣੇ, ਥੋਤੋਂ ਜਿਹੜਾ ਕੁਛ ਕਰ ਹੁੰਦਾ ਕਰ ਲਓ। ਤੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਉਸ ਮੌਕੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਪੇਸ਼ ਕੀਤੀ, ਜਾਂ ਮਰਾਂਗੇ ਜਾਂ ਜਿੱਤਾਂਗੇ, ਵੀ ਅਸੀਂ ਤਾਂ ਹੁਣ ਇੱਥੇ ਆ ਗਏ ਹਾਂ। ਉਹਨਾਂ ਨੇ ਬੜਾ ਠੋਕ ਵਜਾ ਕੇ ਆਪਦਾ ਪੱਖ ਵੀ ਰੱਖਿਆ। ਜਿਸ ਤਰੀਕੇ ਦੀ ਰਾਜੇਵਾਲ ਸਾਹਿਬ ਦੀ ਵੀਡੀਓ ਪਬਲਿਕ ਵਿੱਚ ਆਈ ਆ ਉਹਦੇ ਤੋਂ ਸਾਫ਼ ਹੈ ਕਿ ਕਿਸਾਨ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਆ ਉਹ ਆਪਦੀ ਜ਼ਿੰਮੇਵਾਰੀ ਨੂੰ ਸਮਝਦੀ ਆ ਕਿ ਉਹਨਾਂ ਦੇ ਉੱਤੇ ਬਹੁਤ ਭਾਰੀ ਇਸ ਵੇਲੇ ਲੋਕਾਂ ਦੀ ਜ਼ਿੰਮੇਵਾਰੀ ਹੈ। ਜਿਵੇਂ 1984 ਤੋਂ ਬਾਅਦ ਹਰਚੰਦ ਸਿੰਘ ਲੌਂਗੋਵਾਲ ਦੇ ਉੱਤੇ ਬੜੀ ਭਾਰੀ ਜ਼ਿੰਮੇਵਾਰੀ ਸੀ, ਪਰ ਉਹਨੇ ਦਿੱਲੀ ਦੀ ਬੋਲੀ ਤੇ ਬਾਅਦ ਵਿੱਚ ਉਹਨੂੰ ਇਸ ਗਦਾਰੀ ਦੀ ਸਜ਼ਾ ਵੀ ਮਿਲੀ। ਹਾਂ, ਇਹ ਠੀਕ ਆ ਕਿ ਬਾਅਦ ਵਿੱਚ ਬਰਨਾਲੇ ਹੁਣਾਂ ਨੂੰ ਜਾਂ ਇਹ ਰਾਜੀਵ ਲੌਂਗੋਵਾਲ ਸਮਝੌਤਾ ਕਰਵਾਉਣ ਵਾਲਿਆਂ ਨੂੰ ਕਾਫੀ ਲਾਹੇ ਮਿਲੇ ਹੋਣਗੇ, ਪਰ ਲੌਂਗੋਵਾਲ ਜਿਹੜਾ ਸੀਗਾ ਉਹ ਇਤਿਹਾਸ ਵਿੱਚ ਵੀ ਮੂੰਹ ਸਿਰ ਕਾਲਾ ਕਰਾ ਗਿਆ ਤੇ ਗੱਡੀ ਵੀ ਚਾੜਿਆ ਗਿਆ। ਇੱਕ ਬਲਵੰਤ ਸਿੰਘ ਲੱਡੂ ਜਾਂ ਫਿੱਡੂ ਕਹਿੰਦੇ ਹੁੰਦੇ ਸੀ, ਉਹ ਮੰਤਰੀ ਵੀ ਬਣਿਆ ਸੀ, ਸੁਲਤਾਨਪੁਰ ਏਰੀਏ ਦਾ ਸੀਗਾ। ਉਹ ਵੀ ਇਸ ਸਮਝੌਤੇ ਦੇ ਕਰਕੇ ਹੀ ਬਾਅਦ 'ਚ ਗੱਡੀ ਚਾੜਿਆ। ਹੋਰ ਵੀ ਜਿੰਨਾ ਟਾਈਮ ਸਿੱਖਾਂ ਦੀ ਤਾਕਤ ਸੀਗੀ ਸੰਘਰਸ਼ੀਲ ਧਿਰਾਂ ਦੀ, ਚੱਡਿਆਂ 'ਚ ਪੂਛ ਲੈ ਕੇ ਜਿਉਂਦੇ ਰਹਿ ਸਕੇ ਆ। ਸ਼ੈਲਟਰ ਜਿਹੜੀ ਸੀ ਸਰਕਾਰ ਨੇ ਸਰਪ੍ਰਸਤੀ ਦਿੱਤੀ ਇਹਨਾਂ ਨੂੰ। ਤੋ ਜਿਹੜੇ ਇਹ ਕਿਸਾਨ ਯੂਨੀਅਨਾਂ ਦੇ ਲੀਡਰ ਨੇ ਇਹ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਤੇ ਗਾਹੇ ਵਗਾਹੇ ਉਹ ਕਹਿ ਵੀ ਦਿੰਦੇ ਆ ਕਿ ਅਸੀਂ ਲੌਂਗੋਵਾਲ ਵਾਲੀ ਨਾ ਕਰਾਂਗੇ ਤੇ ਨਾ ਲੌਂਗੋਵਾਲ ਵਾਲੀ ਕਰਵਾਵਾਂਗੇ। ਜਦੋਂ ਇਹ ਗੱਲ ਸੁਣਦੇ ਆ ਤਾਂ ਮਨ ਨੂੰ ਬੜੀ ਤਸੱਲੀ ਹੁੰਦੀ ਹੈ। ਰਾਜੇਵਾਲ ਸਾਹਿਬ ਦੀ ਅੱਜ ਵਾਲੀ ਤਕਰੀਰ ਜਿਹੜੀ ਉਹਨਾਂ ਨੇ ਵਿਗਿਆਨ ਭਵਨ ਦੇ ਵਿੱਚ ਤਲਖੀ ਵਿੱਚ ਦਿੱਤੀ ਹੈ, ਜਿਹੜੇ ਫੈਕਟ ਉਹਨਾਂ ਨੇ ਸਾਹਮਣੇ ਲਿਆਂਦੇ ਆ ਉਹ ਵੀ ਸਵਾਗਤਯੋਗ ਨੇ। ਤੇ ਜਿਹੜੀ ਉਹਨਾਂ ਨੇ ਪਰਸੋਂ ਲਾਈਵ ਹੋ ਕੇ ਇਸ ਸੰਘਰਸ਼ ਬਾਰੇ ਆਪਦੇ ਵਿਚਾਰ ਦੱਸੇ ਉਹ ਵੀ ਸਵਾਗਤਯੋਗ ਨੇ। ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਵੀ ਪਰਸੋਂ ਲਾਈਵ ਹੋ ਕੇ ਆਪਦਾ ਪੱਖ ਰੱਖਿਆ ਸੀ, ਉਹ ਵੀ ਬੜੇ ਚੰਗੇ ਤਰੀਕੇ ਨਾਲ ਇਹ ਸੰਘਰਸ਼ ਵਿੱਚ ਲੱਗੇ ਹੋਏ ਨੇ। ਹੋਰ ਵੀ ਸਾਰੀਆਂ ਧਿਰਾਂ ਦੇ ਆਗੂ ਜਿਹੜੇ ਨੇ ਜਿੰਨਾ ਟਾਈਮ ਡਟੇ ਹੋਏ ਨੇ, ਕੋਈ ਪਿੱਠ ਨਹੀਂ ਦਿਖਾਉਂਦਾ, ਜਿੰਨਾ ਟਾਈਮ ਕੋਈ ਕਮਜ਼ੋਰੀ ਨਹੀਂ ਦਿਖਾਉਂਦਾ, ਉਹਨਾਂ ਟਾਈਮ ਲੋਕਾਂ ਦੀ ਹਮਾਇਤ ਹਾਸਲ ਹੁੰਦੀ ਰਹੇਗੀ। ਤੇ ਅਸੀਂ ਵੀ ਇਹੀ ਚਾਹਾਂਗੇ ਕਿ ਇਹ ਲੀਡਰਸ਼ਿਪ ਇਸੇ ਤਰੀਕੇ ਨਾਲ ਆਪਦੇ ਭਾਈਚਾਰੇ ਦਾ ਤੇ ਉਹਨਾਂ ਲੋਕਾਂ ਦਾ ਭਰੋਸਾ ਜਿਹੜਾ ਵਿਸ਼ਵਾਸ ਜਿਹੜਾ ਹੈ ਉਹ ਜਿੱਤਦੇ ਰਹਿਣ, ਜਿਵੇਂ ਕਿ ਜਿਹੜੇ ਇਹਨਾਂ 'ਚ ਵਿਸ਼ਵਾਸ ਕਰਦੇ। ਅਸੀਂ ਤਾਂ ਠੋਕ ਵਜਾ ਕੇ ਇਸ ਤੋਂ ਅਗਲੀ ਗੱਲ ਕਹਿਣ ਨੂੰ ਵੀ ਤਿਆਰ ਹਾਂ। ਪਿਛਲੇ ਕੁਝ ਦਿਨਾਂ ਤੋਂ ਦੀਪ ਸਿੱਧੂ ਬਾਰੇ, ਲੱਖੇ ਸਿਧਾਣੇ ਬਾਰੇ ਜਾਂ ਹੋਰ ਕਈਆਂ ਬਾਰੇ ਚਰਚਾ ਚੱਲੀ। ਸਾਡੇ ਨਾਲ ਵੀ ਕਈ ਸੱਜਣਾਂ ਨੇ ਗੱਲ ਕੀਤੀ ਕਿ ਜੀ ਜਿਹੜੀਆਂ ਸੰਘਰਸ਼ੀਲ ਸਿੱਖ ਕੌਮ ਦੀਆਂ ਜਥੇਬੰਦੀਆਂ ਨੇ ਜਾਂ ਪੰਥਕ ਚਿਹਰੇ ਨੇ ਉਹਨਾਂ ਨੂੰ ਜੀ ਪਾਸੇ ਰੱਖਿਆ ਜਾ ਰਿਹਾ। ਅਸੀਂ ਆਖਿਆ ਕਿ ਕਿਸਾਨ ਯੂਨੀਅਨਾਂ ਨੇ ਇਸ ਮੋਰਚੇ ਨੂੰ ਕਿਸਾਨ ਯੂਨੀਅਨਾਂ ਦਾ ਮੋਰਚਾ ਬਣਾਉਣ ਤੱਕ ਅਜੇ ਫੈਸਲਾ ਕੀਤਾ ਹੋਇਆ ਹੈ, ਤਾਂ ਚੰਗੀ ਗੱਲ ਆ, ਅਸੀਂ ਚੱਲਣ ਦਿਓ। ਕਹਿੰਦੇ ਜੀ ਦੀਪ ਸਿੱਧੂ ਹੋਣੀ, ਮੈਂ ਕਿਹਾ ਦੇਖੋ ਸਾਡਾ ਦਿਲ ਉਹਨਾਂ ਨਾਲ ਜ਼ਰੂਰ, ਉਹਨਾਂ ਦੀਆਂ ਗੱਲਾਂ ਤੋਂ ਕਾਫੀ ਵਧੀਆ ਲੱਗਦੇ ਆ, ਪਰ ਇਹੋ ਜਿਹੀਆਂ ਗੱਲਾਂ ਦੇ ਵਿੱਚ ਇੱਕ ਚੀਜ਼ ਚੇਤੇ ਰੱਖੋ
ਕਿ ਇਹ ਇੱਕ ਅੱਡ-ਅੱਡ ਵਿਚਾਰਧਾਰਾਵਾਂ ਵਾਲਿਆਂ ਦੀ ਸਾਂਝੀ ਜਿਹੜੀ ਇੱਕ ਇਹੋ ਜਿਹੀ ਪਲੇਟਫਾਰਮ, ਇੱਕ ਇਹੋ ਜਿਹੀ ਸਟੇਜ ਆ ਜਿੱਥੇ ਜੇਕਰ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ, ਜਿਹਦੇ ਵਿੱਚ ਹੈ ਤਾਂ ਬਹੁਤ ਸਾਰੇ ਤਰ੍ਹਾਂ ਦੇ ਪਿਛੋਕੜਾਂ ਵਾਲੇ ਲੋਕ ਨੇ, ਪਰ ਉਹਦੇ 'ਚ ਮੋਟੇ ਤੌਰ ਦੇ ਉੱਤੇ ਲਾਲ ਝੰਡੇ ਵਾਲਿਆਂ ਦਾ, ਕਾਮਰੇਡਾਂ ਦਾ ਬੜਾ ਅਸਰ ਆ। ਤੇ ਆਪਾਂ ਜਿਹੜੇ ਖਾਲਿਸਤਾਨੀ ਜਾਂ ਪੰਥਦਰਦੀ ਲੋਕ ਆ, ਆਪਣੇ ਤੋਂ ਉਹਨਾਂ ਦੀਆਂ ਇਹ ਜਿਹੜੀਆਂ ਚਬਰੀਕੀਆਂ ਜੀਆਂ ਨੇ ਕਾਮਰੇਡਾਂ ਦੀਆਂ, ਉਹ ਬਰਦਾਸ਼ਤ ਵੀ ਨਹੀਂ ਹੁੰਦੀਆਂ। ਤੇ ਇਹ ਵੀ ਗੱਲ ਪੱਕੀ ਆ ਕਿ ਇਸ ਸੰਘਰਸ਼ ਦੇ ਵਿੱਚ ਜਿੰਨਾ ਸਰਮਾਇਆ ਜਾਂ ਜਿੰਨੀ ਜਾਨ ਲੱਗੀ ਹੋਈ ਆ, ਉਹ ਸਿੱਖਾਂ ਦੀ ਲੱਗੀ ਹੋਈ ਆ। ਇਹ ਵੀ ਗੱਲ ਪੱਕੀ ਆ ਕਿ ਲਾਲ ਝੰਡੇ ਵਾਲਿਆਂ ਕੋਲੋਂ ਓਡੀ ਵੱਡੀ ਛਾਲ ਨਹੀਂ ਸੀ ਵੱਜ ਸਕਦੀ ਜਿੰਨੀ ਹੁਣ ਵੱਜ ਗਈ ਆ। ਪਰ ਇਸ ਮੌਕੇ ਚੱਲਦੇ ਸੰਘਰਸ਼ ਵਿੱਚ ਜੇ ਆਪਾਂ ਇਹੋ ਜਿਹੀਆਂ ਜਿੱਦਾਂ ਕਰੀਏ ਬਈ ਜੀ ਉਹਨੂੰ ਟਾਈਮ ਦਿਓ, ਦੀਪ ਨੂੰ, ਸਿੱਧੂ ਨੂੰ ਜਾਂ ਲੱਖੇ ਨੂੰ, ਤਾਂ ਇਦਾਂ ਗੱਲ ਆ। ਮੇਰੇ ਖਿਆਲ ਦੇ ਵਿੱਚ ਜਿਹੜੇ ਭਰਾ ਕਹਿੰਦੇ ਨੇ ਕਿ ਜੀ ਜਿੱਥੇ 2 ਸਟੇਜਾਂ ਲੱਗੀਆਂ ਹੋਈਆਂ ਨੇ, ਇੱਕ ਟੀਕਰੀ ਲੱਗੀ ਆ, ਇੱਕ ਇੱਥੇ ਲੱਗੀ ਆ ਸਿੰਘੂ ਬਾਰਡਰ ਤੇ, ਇੱਕ ਹੋਰ ਲੱਗ ਜੂ, ਪਰ ਤੀਜੀ ਸਟੇਜ ਜਿਹੜੀ ਆ ਉਹ ਲਾਉਣ ਦੀ ਲੋੜ ਹੈ ਨਹੀਂ ਗੀ, ਲਾਉਣੀ ਨਹੀਂ ਚਾਹੀਦੀ। ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਅੰਦਰ ਇਹ ਅੱਗ ਵਾ, ਜਿਨ੍ਹਾਂ ਦੇ ਅੰਦਰ ਇਹ ਤੜਪ ਆ ਕਿ ਕੁਛ ਹੋਣਾ ਚਾਹੀਦਾ, ਉਹ ਸਾਰੇ ਚਾਹੁੰਦੇ ਨੇ ਕਿ ਏਕਤਾ ਬਣੀ ਰਵੇ। ਤੇ ਜਿਹੜੀ ਗੱਲ ਦੀਪ ਸਿੱਧੂ ਹੁਣਾਂ ਦੇ ਰਾਹੀਂ ਜਾਂ ਹੋਰ ਬਹੁਤ ਸਾਰੇ ਸਾਧਨ ਤੇ ਵਿਅਕਤੀ ਨੇ ਜਿਨ੍ਹਾਂ ਦੇ ਰਾਹੀਂ ਇੱਕ ਥਾਟ, ਜਿਹੜਾ ਸੰਘਰਸ਼ ਦਾ ਥਾਟ ਆ, ਜਿਹੜਾ ਕੌਮ ਦਾ, ਪੰਥ ਦਾ ਥਾਟ ਆ, ਉਹਨਾਂ ਰਾਹੀਂ ਉਹ ਰੀਪ੍ਰਜੈਂਟ ਹੋ ਰਿਹਾ। ਉਹਦਾ ਇੱਕ ਆਪਦਾ ਹੀ ਔਰਾ ਆ, ਉਹਦੀ ਆਪਦੀ ਹੋਈ ਸ਼ਾਨ ਹੈ, ਜਿਹਦਾ ਅਸਰ ਕੋਈ ਚਾਹਵੇ ਨਾ ਚਾਹਵੇ ਉਹ ਇਸ ਸੰਘਰਸ਼ ਉੱਤੇ ਸਦੀਵੀ ਤੌਰ ਤੇ ਰਹਿਣਾ ਹੀ ਰਹਿਣਾ। ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦਾ ਅਸਰ, ਸੰਘਰਸ਼ੀਲ ਧਿਰ ਦਾ ਅਸਰ, ਖਾਲਿਸਤਾਨੀ ਧਿਰ ਦਾ ਅਸਰ, ਸਿੱਖ ਧਿਰ ਦਾ ਅਸਰ, ਪੰਥਕ ਸੋਚ ਦਾ ਅਸਰ ਇਸ ਸੰਘਰਸ਼ ਵਿੱਚ ਹੈਗਾ, ਰਹੂਗਾ ਤੇ ਕਦੇ ਵੀ ਮੰਨਫੀ ਨਹੀਂ ਹੋ ਸਕਦਾ। ਤੇ ਜ਼ਰੂਰੀ ਨਹੀਂ ਕਿ ਸਟੇਜ ਤੋਂ ਬੋਲ ਕੇ ਜਾਂ ਇਸ ਲੀਡਰਸ਼ਿਪ ਦੀਆਂ ਮੀਟਿੰਗਾਂ 'ਚ ਬਹਿ ਕੇ ਜਾਂ ਜਿਹੜੀਆਂ ਮੁਲਾਕਾਤਾਂ ਤੋਮਰ ਵਰਗਿਆਂ ਨਾਲ ਹੁੰਦੀਆਂ ਉਹਨਾਂ 'ਚ ਬਹਿ ਕੇ ਹੀ ਸਾਡਾ ਕੁਝ ਬਣਦਾ ਹੈ। ਮੈਨੂੰ ਤਾਂ ਉਲਟ ਲੱਗਦਾ ਕਿ ਸਾਨੂੰ ਇਹਨਾਂ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ। ਜਿਹੜੀ ਸਿੱਖ ਸੰਘਰਸ਼ ਵਾਲੀ ਧਿਰ ਵਾ ਨਾ, ਬਾਬਾ ਜਰਨੈਲ ਸਿੰਘ ਦੇ ਝੰਡੇ ਵਾਲੀ ਧਿਰ, ਨਾ ਤਾਂ ਉਹਨੂੰ ਸਟੇਜ ਤੇ ਬੋਲਣ ਦੀ ਜਿੱਦ ਕਰਨ ਦੀ ਲੋੜ ਹੈ, ਨਾ ਮੀਟਿੰਗਾਂ 'ਚ ਬੈਠਣ ਦੀ ਲੋੜ ਹੈ, ਨਾ ਤੋਮਰ ਵਰਗਿਆਂ ਦੀਆਂ ਮੁਲਾਕਾਤਾਂ 'ਚ ਜਾਣ ਦੀ ਲੋੜ ਹੈ। ਸਾਡਾ ਰੋਲ ਤਾਂ ਇਹ ਬਣਦਾ ਕਿ ਇਹ ਜਿਹੜੀ ਕਿਸਾਨ ਲੀਡਰਸ਼ਿਪ ਆ, ਇਹਨੂੰ ਹਮੇਸ਼ਾ ਇਹ ਮਨ ਵਿੱਚ ਰਵੇ ਕਿ ਜੇਕਰ ਅਸੀਂ ਕੋਈ ਕਮਜ਼ੋਰੀ ਦਿਖਾਈ, ਜੇਕਰ ਅਸੀਂ ਕੋਈ ਝਿਜਕ ਦਿਖਾਈ, ਜੇ ਅਸੀਂ ਕਿਸੇ ਪਾਸੇ ਥੜਕਦੇ ਦਿਖੇ ਤਾਂ ਸਾਡੇ ਮਗਰ ਇਹਨਾਂ ਦਾ ਦਬਾਅ ਹੈਗਾ। ਸੋ ਜਿਹੜਾ ਦਬਾਅ ਆ ਉਹ ਸਾਰੇ ਦਾ ਸਾਰਾ ਇਸ ਮੌਕੇ ਇਸ ਲੀਡਰਸ਼ਿਪ ਨੂੰ ਢੱਕ ਕੇ ਕਿਤੇ ਦਾ ਕਿਤੇ ਲੈ ਗਿਆ। ਜੇ ਕਿਤੇ ਇਹ ਦਬਾਅ ਜਿਹੜਾ ਹੈ ਨਾ ਹੁੰਦਾ ਤਾਂ ਹੋ ਸਕਦਾ ਕਈ ਜਿਹੜੇ ਬੰਦੇ ਗੜਬੜਾ ਕਰ ਜਾਂਦੇ। ਸਾਨੂੰ ਕਈਆਂ ਦਾ ਪਤਾ ਜਿਹੜੇ ਇਸ ਕਿਸਾਨ ਯੂਨੀਅਨਾਂ ਦੇ ਵਿੱਚ ਚੌਧਰੀ ਬਣੇ ਫਿਰਦੇ ਆ, ਜਿਨ੍ਹਾਂ ਨੇ ਸਿੱਖ ਸੰਘਰਸ਼ ਦੌਰਾਨ ਬੜਾ ਨੈਗੇਟਿਵ ਰੋਲ ਨਿਭਾਇਆ। ਕਈ ਇਹੋ ਜਿਹੇ ਲਾਲ ਝੰਡੇ ਵਾਲੇ ਕਾਮਰੇਡ ਨੇ ਜਿਨ੍ਹਾਂ ਨੇ ਐਂਟੀ ਸਿੱਖ ਕੀ ਪ੍ਰੋ ਇੰਡੀਆ ਚੱਲ ਕੇ ਸਾਡੇ ਸੰਘਰਸ਼ ਦਾ ਵਿਰੋਧ ਕੀਤਾ। ਪਰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਗੱਲਾਂ ਕਰਕੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਇਹ ਸੰਘਰਸ਼ ਦੀ ਸਟੇਜ ਖਰਾਬ ਹੋਵੇ, ਸੰਘਰਸ਼ ਦਾ ਮਾਹੌਲ ਖਰਾਬ ਹੋਵੇ। ਉਹਨਾਂ ਨਾਲ ਜਿਹੜਾ ਸਾਡਾ ਵਿਰੋਧ ਆ ਉਹ ਆਪਦੀ ਥਾਂ ਤੇ ਆ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਪ੍ਰੋਗਰਾਮਾਂ 'ਚ ਗੱਲ ਕੀਤੀ ਆ ਕਿ ਮੀਰ ਮੰਨੂ ਜਿਹੜਾ ਸੀ, ਉਹਦੀਆਂ ਫੌਜਾਂ ਨਾਲ ਰਲ ਕੇ ਅਸੀਂ ਅਬਦਾਲੀ ਦਾ ਜਦੋਂ ਵਿਰੋਧ ਕਰਨ ਗਏ ਆ, ਉਦੋਂ ਅਸੀਂ ਉਹ ਗੱਲਾਂ ਪਿੱਛੇ ਛੱਡਤੀਆਂ ਸੀ। ਅਸੀਂ ਜਦੋਂ ਕਿਸੇ ਦੇ ਨਾਲ ਤੁਰਦੇ ਆ, ਦਿਲੋਂ ਤੁਰਦੇ ਆ। ਇਹ ਮੀਰ ਮੰਨੂ ਦੀਆਂ ਫੌਜਾਂ ਦੇ ਜਰਨੈਲਾਂ ਦੇ ਮਨਾਂ ਵਿੱਚ ਕੋਈ ਗੜਬੜਾਂ ਹੋਣ ਤਾਂ ਪਈਆਂ ਹੋਣ। ਇਵੇਂ ਹੀ ਅੱਜ ਜਿਹੜੇ ਇਹ ਕਾਮਰੇਡ ਲੌਂਗਲਾਣਾ, ਜੇ ਅੱਜ ਵੀ ਭਕਾਈ ਮਾਰਨੋਂ ਨਹੀਂ ਹਟਦਾ, ਅੱਜ ਵੀ ਐਂਟੀ ਸਿੱਖ, ਐਂਟੀ ਖਾਲਿਸਤਾਨੀ ਥਾਟ ਆਪਦੇ ਮਨ ਵਿੱਚ ਰੱਖ ਕੇ, ਕੜੱਤਣ ਰੱਖ ਕੇ ਚੱਲਦਾ, ਇਹ ਉਹਨਾਂ ਦੀ ਬਿਮਾਰੀ ਆ। ਅਸੀਂ ਆਪਦੇ ਦਿਲੋਂ ਅਸੀਂ ਜਾਣਦੇ ਆ ਕਿ ਸਾਡੀਆਂ ਨਸਲਾਂ ਤੇ ਸਾਡੀਆਂ ਫਸਲਾਂ, ਸਾਡਾ ਸਾਰਾ ਫਿਊਚਰ ਦਾ ਤੇ ਲੱਗਿਆ ਹੋਇਆ। ਤੇ ਅਸੀਂ ਹੁਣ ਚੱਲਦੇ ਮੈਦਾਨ ਦੇ ਵਿੱਚ ਘੋੜੇ ਨਹੀਂ ਬਦਲ ਸਕਦੇ। ਜਦੋਂ ਜੰਗ ਦੇ ਮੈਦਾਨ ਵਿੱਚ ਹੋਈਏ ਫਿਰ ਇਹਨਾਂ ਤੇ ਟੇਕ ਰੱਖੀਏ, ਇਹਨਾਂ ਦੇ ਮਗਰ ਖੜੀਏ ਚਟਾਨ ਵਾਂਗੂ, ਤੇ ਜਿੱਥੇ ਥੜਕਦੇ ਦੇਖਣ ਉੱਥੇ ਬੈਠੇ ਆ। ਇਹ ਪੰਜਾਬ ਆ,
ਇੱਥੇ ਜਿਹੜਾ ਗਦਾਰ ਆ ਉਹਦੀ ਸਜ਼ਾ ਕੀ ਹੁੰਦੀ ਆ ਸਭ ਨੂੰ ਪਤਾ। ਦੂਜੀ ਗੱਲ ਇਹ ਆ, ਜਦੋਂ ਕਾਲੇ ਕਾਨੂੰਨਾਂ ਨੂੰ ਅਸੀਂ ਕੱਲ੍ਹ ਨਹੀਂ ਮੰਨਿਆ, ਅੱਜ ਨਹੀਂ ਮੰਨਣਾ, ਸਦਾ ਲਈ ਨਹੀਂ ਮੰਨਣਾ, ਤਾਂ ਫਿਰ ਬਾਕੀ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਕੋਈ ਬੜਾ ਮਤਲਬ ਨਹੀਂ ਹੁੰਦਾ ਕਿ ਗਦਾਰੀ ਕਰ ਜੂ। ਆ ਗਦਾਰੀ ਜਿਹੜੇ ਪਹਿਲਾਂ ਕਰੀ ਫਿਰਦੇ ਆ, ਜਿਨ੍ਹਾਂ ਨੇ ਇੰਨੇ 30-35 ਸਾਲ RSS ਨਾਲ ਰਲ ਕੇ ਸਰਕਾਰਾਂ ਹਟਾਈਆਂ, BJP ਨਾਲ ਰਲ ਕੇ ਜਿਨ੍ਹਾਂ ਨੇ ਇਹ ਕਾਨੂੰਨ ਪਾਸ ਕਰਵਾਏ ਬਾਦਲ ਕਿਆਂ ਨੇ, ਉਹ ਇੱਥੇ ਤੁਰੇ ਫਿਰਦੇ ਆ ਨਾ ਘਰਦੇ ਆ ਨਾ ਘਾਟਦੇ ਆ। ਬੜੀ ਟੌਰ ਆ ਉਹਨਾਂ ਦੀ। ਇੱਕ ਪਾਸਿਓਂ ਲੱਗਦਾ ਹੋਣਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਸਾਡੇ ਕੋਲ ਹੈ, ਜਿਹਨੂੰ ਮਰਜ਼ੀ ਅਕਾਲ ਤਖਤ ਦਾ ਜਥੇਦਾਰ ਬਣਾ ਦਈਏ ਤੇ ਜਿਹਨੂੰ ਮਰਜ਼ੀ ਭਜਾ ਦਈਏ। ਸਾਡੇ ਕੋਲੇ ਦਿੱਲੀ ਕਮੇਟੀ ਵੀ ਆ, ਸਾਡੇ ਕੋਲੇ ਆ ਵੀ ਆ ਤੇ ਸਾਡੇ ਕੋਲੇ ਉਹ ਵੀ ਆ, ਅਸੀਂ 2 MP ਵੀ ਆ ਸਾਡੇ, ਬੜਾ ਕੁਝ ਕਹਿ ਸਕਦੇ ਆ ਉਹ। ਪਰ ਇਸ ਵੇਲੇ ਉਹਨਾਂ ਦੀ ਜਿਹੜੀ ਬੁੱਕਤ ਆ, ਜਿਹੜਾ ਵਕਾਰ ਆ, ਉਹ ਕੀ ਆ ਉਹ ਸਾਨੂੰ ਦੱਸਣ ਦੀ ਲੋੜ ਨਹੀਂ, ਸਾਰਿਆਂ ਨੂੰ ਹੀ ਪਤਾ। ਦੂਜਾ ਬਾਬਾ ਲੱਖਾ ਸਿੰਘ ਨਾਨਕਸਰ ਵਾਲਾ, ਇਹ ਉਹ ਧਿਰ ਵਾ ਜਿਹਨੇ ਸਾਡੇ ਕੌਮ ਦੇ, ਸਾਡੇ ਧਰਮ ਦੇ ਬਹੁਤ ਜ਼ਿਆਦਾ ਗੜਬੜਾਂ ਕੀਤੀਆਂ ਹੋਈਆਂ ਨੇ। ਇਹ ਉਹ ਧਿਰ ਵਾ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ, ਜਿਨ੍ਹਾਂ ਨੇ ਹਮੇਸ਼ਾ RSS ਦੇ ਏਜੰਡੇ ਤਹਿਤ ਸਿੱਖੀ ਵਿੱਚ ਦਫੇੜਾਂ ਪਾਈਆਂ ਨੇ। ਬੜੇ ਮਸਲੇ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਦੇ ਆਏ ਨੇ ਪਿਛਲੇ ਸਮੇਂ ਦੇ ਵਿੱਚ, ਕਿ ਇਹਨਾਂ ਨੇ ਗੁਟਕਿਆਂ ਵਿੱਚ ਵੀ, ਬਾਣੀ ਵਿੱਚ ਵੀ ਗੜਬੜਾਂ ਕੀਤੀਆਂ ਨੇ। ਇਹ ਸਾਰੇ ਦੇ ਸਾਰੇ ਨਾਨਕਸਰੀਏ ਇਸ ਵੇਲੇ ਜੋਰਾ ਸਿੰਘ, ਆਪਣੇ ਲੱਖਾ ਸਿੰਘ ਜਿਹੜਾ ਬਾਬੇ ਲੱਖਾ ਸਿੰਘ ਨੇ ਉੱਥੇ ਫੋਟੋਆਂ ਖਿਚਾ ਕੇ ਕਾਹਦੀਆਂ ਪਾਈਆਂ, ਲੋਕਾਂ ਨੇ ਜੋ ਉਹਦੇ ਨਾਲ ਫਿੱਟ ਲਾਣ ਤੁਹਾਨੂੰ ਦਿੱਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਅੱਜ ਤੋਮਰ ਬੜੀਆਂ ਸਿਫਤਾਂ ਕਰਦਾ ਸੀ ਉਹਦੀਆਂ ਕਿ ਬੜਾ ਭਲਾ ਬੰਦਾ। ਭਾਈ ਸਾਨੂੰ ਪਤਾ ਉਹ ਭਲਾ ਹੀ ਹੁੰਦਾ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਮੁਖਾਲਫਤ ਕਰੇ, ਜਿਹੜਾ ਉਲਟ ਚੱਲੇ। ਤੇ ਇਹ ਜਿਹੜੇ ਸਾਧ ਬਾਬੇ ਆ ਜਾਂ ਹੋਰ ਸਾਰੇ ਨੇ RSS ਦੇ ਉਸ ਏਜੰਡੇ ਨੂੰ ਸੂਤ ਬਹਿੰਦੇ ਆ, ਜਿਹੜਾ ਸਿੱਖਾਂ ਦੀ ਵਿਲੱਖਣਤਾ ਨੂੰ, ਸਿੱਖਾਂ ਦੇ ਅੱਡਰੇਪਣ ਨੂੰ ਖਤਮ ਕਰਨਾ ਚਾਹੁੰਦੀ ਹੈ। ਸੋ RSS ਦੇ ਹੱਥ ਠੋਕੇ ਆਉਣ ਵਾਲੇ ਦਿਨਾਂ 'ਚ ਹੋਰ ਬੜੇ ਨੰਗੇ ਹੋਣੇ ਆ। ਅਗਲੀ ਮੀਟਿੰਗ ਆ ਜਿਹੜੀ ਉਹ 15 ਜਨਵਰੀ ਦੀ ਰੱਖ ਦਿੱਤੀ ਗਈ ਆ, ਪਰ ਕੱਢਣ ਪਾਉਣ ਨੂੰ ਉਦੋਂ ਵੀ ਕੁਝ ਨਹੀਂ ਹੋਣਾ। 15 ਜਨਵਰੀ ਨੂੰ ਵੀ ਬਣਨਾ ਬਣਾਉਣਾ ਕੁਝ ਨਹੀਂ, ਪਰ ਇਹ ਸੰਘਰਸ਼ ਇਸੇ ਤਰੀਕੇ ਨਾਲ ਚੱਲਦਾ ਰਹਿਣਾ ਚਾਹੀਦਾ। ਇਹ ਜਿਹੜੀ ਸੰਘਰਸ਼ ਵਾਲੀ ਲੀਡਰਸ਼ਿਪ ਆ, ਜਿਹਨੂੰ ਲੱਗਦਾ ਵੀ ਅਸੀਂ ਇਹਦੇ ਚੋਂ ਖਣੀ ਪਤਾ ਨਹੀਂ ਕੀ ਖੱਟ ਲਾਂਗੇ, ਸਾਰਿਆਂ ਨੂੰ ਨਹੀਂ, ਸਾਰਿਆਂ ਬਾਰੇ ਨਹੀਂ ਗੱਲ ਕਰਦੇ ਅਸੀਂ। ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਦੇ ਵਿੱਚ ਇੱਕ ਇਨਕਲਾਬੀ ਸੋਚ ਵਾਲੇ, ਕਹਾਉਣ ਵਾਲੇ, ਲਾਲ ਝੰਡੇ ਵਾਲੇ ਵਿਚਾਰੇ ਕਾਮਰੇਡ ਨੇ, ਜਿਹੜੇ ਸੋਚਦੇ ਆ ਕਿ ਨਹੀਂ ਅਸੀਂ ਸਾਰੇ ਭਾਰਤ ਦੀ ਰਾਜਨੀਤੀ ਇਸ ਸੰਘਰਸ਼ ਦੇ ਰਾਹੀਂ ਆਪਦੇ ਹੱਕ 'ਚ ਭੁਗਤਾ ਲਾਂਗੇ। ਇਹੋ ਜਿਹੀ ਗੱਲ ਤਾਂ ਇੱਕ ਪਾਸੇ ਅਸੀਂ ਗਰੰਟੀ ਦਿੰਨੇ ਆ ਵੀ 5-10 ਸਾਲ ਪੂਰੀ ਖੁੱਲ੍ਹ ਦੇ ਦਈਏ ਨਾ ਸਿੱਖਾਂ ਨੂੰ, ਇਹਨਾਂ ਨੂੰ ਕਾਮਰੇਡਾਂ ਨੂੰ ਵੀ ਸਿੱਖੀ ਦਾ ਤੇ ਸਿੱਖਾਂ ਦਾ ਜਿੰਨਾ ਨੁਕਸਾਨ ਕਰਨਾ ਕਰ ਲਓ, ਇਹ ਤਾਂ ਵੀ ਕੁਝ ਨਹੀਂ ਕਰ ਸਕਦੇ। ਸਾਨੂੰ ਸਾਡੇ ਸਿੱਖ ਖਾਲਸਾ ਪੰਥ ਉੱਤੇ, ਸਿੱਖ ਧਰਮ ਉੱਤੇ ਫਖਰ ਆ, ਮਾਣ ਆ ਕਿ ਇਹ ਕਾਮਰੇਡੀ ਸੋਚ ਸਾਡਾ ਕੱਖ ਨਹੀਂ ਵਿਗਾੜ ਸਕਦੀ। ਹੁਣ ਤੱਕ ਕੀ ਵਿਗਾੜ ਲਿਆ? ਹਾਂ, ਕੁਛ ਛੋਟੀ ਸੋਚ ਵਾਲੇ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਧਰਮ ਕਰਮ ਵਾਲੇ ਪਾਸੇ ਨਹੀਂ ਤੋਰਿਆ ਗਿਆ ਹੁੰਦਾ, ਜਿਨ੍ਹਾਂ ਦੇ ਮਾਪਿਆਂ ਤੋਂ, ਜਿਵੇਂ ਕਹਿੰਦੇ ਆ ਨਾ ਵੀ ਤੇਰੀ ਮਾਂ ਕਚੱਜੀ, ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਵੀ ਭੰਗਰਨਾਥ ਤੇਰੀ ਮਾਂ ਜਿਹੜੀ ਆ ਉਹ ਠੀਕ ਨਹੀਂ। ਸੋ ਜਿਹੜਾ ਭਾਂਡਾ, ਜਿਨ੍ਹਾਂ ਦਾ ਮਾੜਾ ਭਾਂਡਾ ਠੀਕ ਨਹੀਂ, ਜਿਨ੍ਹਾਂ ਦੀਆਂ ਮਾਵਾਂ ਨੇ, ਜਿਨ੍ਹਾਂ ਦੇ ਮਾਪਿਆਂ ਨੇ ਸਹੀ ਸੇਧ ਨਹੀਂ ਦਿੱਤੀ, ਉਹਨਾਂ ਨੇ ਕੁਝ ਸਿੱਖਾਂ ਦੇ ਨਿਆਣਿਆਂ ਨੂੰ ਕਾਮਰੇਡ ਜ਼ਰੂਰ ਬਣਾ ਲਿਆ। ਜਿਵੇਂ ਸੰਤ ਸਿੰਘ ਸੇਖੋਂ ਬਾਰੇ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਵੀ ਸਿਆਣਾ ਤਾਂ ਬੜਾ, ਕਾਮਰੇਡ ਸੋਚ ਇਹਨੇ ਉਹਨਾਂ ਦਿਨਾਂ 'ਚ ਲੱਤ ਲਾਤੀ ਸਾਡੇ ਬੱਚਿਆਂ ਨੂੰ, ਜਦੋਂ ਅਸੀਂ ਆਪਦੀ ਕੌਮ ਦਾ ਭਵਿੱਖ ਘੜਨਾ ਸੀ। ਸੋ ਆ ਜਿਹੜੇ ਕਾਮਰੇਡ ਨੇ ਖੁਦ ਨੂੰ ਬੜੇ ਦਾਨਸ਼ਵਰ, ਸਿਆਣੇ, ਬੁੱਧੀਵਾਨ, ਸਾਨੂੰ 40 ਸਾਲ ਲਗਾਤਾਰ ਹੋ ਗਿਆ ਇਹਨਾਂ ਨੂੰ ਭੰਡਦਿਆਂ ਨੂੰ ਵੀ ਹਾਏ ਜੀ ਭਿੰਡਰਾਂ ਵਾਲੇ ਦੀ ਧਿਰ ਮਾੜੀ ਮਾੜੀ, ਖਾਲਿਸਤਾਨੀ ਬਹੁਤ ਭੈੜੇ, ਸਿੱਖੀ ਜਿਹੜੀ ਆ ਸਿੱਖ ਬਹੁਤ ਮਾੜੇ। ਤੇ ਅੱਜ ਪਤਾ ਲੱਗ ਰਿਹਾ ਜਦੋਂ ਦਿੱਲੀ ਨਾਲ ਮੱਥਾ ਲੱਗਿਆ। ਮੈਂ ਤਾਂਹੀਓ ਕਹਿੰਦਾ ਹੈਗਾ ਕਿ ਆਪਾਂ ਪਾਸੇ ਬੈਠ ਕੇ ਸਾਈਡ ਸਪੋਰਟ ਦੱਬ ਕੇ ਕਰੋ, ਚਟਾਨ ਵਾਂਗੂ ਮਗਰ ਖੜੋ। ਇਹਨਾਂ ਨੂੰ ਪਤਾ ਤਾਂ ਲੱਗੇ। ਇਹ ਕਹਿੰਦੇ ਰਹੇ ਨੇ ਧਰਮ ਯੁੱਧ ਮੋਰਚੇ ਦੌਰਾਨ, ਕਹਿੰਦੇ ਜੀ ਮੁਲਾਕਾਤਾਂ, ਮੀਟਿੰਗਾਂ ਚੱਲਦੀਆਂ ਸੀਗੀਆਂ, ਬੜਾ ਸੋਹਣਾ ਨਿਬੜ ਸਕਦਾ ਸੀ। ਆ ਕਹਿੰਦਾ ਸਿੱਖਾਂ ਨੂੰ ਨਿਬੇੜਨਾ ਹੀ ਨਹੀਂ ਆਇਆ। ਹੁਣ ਤੁਸੀਂ ਲਾ ਲਓ ਹਿਸਾਬ, ਸਾਡੇ ਵੇਲੇ ਇੰਦਰਾ ਸੀ, ਸਾਡੇ ਵੇਲੇ ਕਾਂਗਰਸ ਸੀ, ਤੁਹਾਡੇ ਵੇਲੇ ਮੋਦੀ ਹੋਣੀ ਆ, ਤੋਮਰ ਹੋਣੀ ਆ, ਭਾਰਤੀ ਜਨਤਾ ਪਾਰਟੀ ਆ, ਲੈ ਲਓ ਮੂਹਰੇ ਹੋ ਕੇ ਜਿਹੜਾ ਕੁਝ ਲੈ ਹੁੰਦਾ। ਗਾਂਹ ਵਾਲੇ ਗੱਲ ਸੁਣਨ ਨੂੰ ਤਿਆਰ ਨਹੀਂ। ਗਾਂਹ ਵਾਲੇ ਅਕਾਲ ਤਖਤ ਸਾਹਿਬ ਤੇ ਬੰਬਾਂ ਤੋਪਾਂ ਗੋਲਿਆਂ ਨਾਲ ਹਮਲਾ ਕਰਨ ਨੂੰ ਤਾਂ ਤਿਆਰ ਨੇ, ਪਰ ਸੱਚੀ ਤੇ ਸਹੀ ਗੱਲ ਮੰਨਣ ਨੂੰ ਤਿਆਰ ਨਹੀਂ। ਇਹਨਾਂ ਨੇ ਖੰਭੇ ਜਿਹੜੇ ਲੇਖ ਲਿਖੀ ਜਾਣੇ, ਲਾਲ ਝੰਡਾ ਲਾ ਕੇ ਸਟੇਜਾਂ ਦੇ ਉੱਤੇ ਭਗਾਈ ਮਾਰੀ ਜਾਣੀ ਕਿ ਸਿੱਖਾਂ ਨੂੰ ਹੀ ਅਕਲ ਨਹੀਂ ਹੈਗੀ ਜੀ, ਸਰਕਾਰ ਤਾਂ ਬੜੀ ਵਧੀਆ।
ਅੱਜ ਇਹਨਾਂ ਦੀ ਪਰਖ ਹੋ ਰਹੀ ਆ ਕਿ ਕਿੱਥੇ ਆ ਵਿਦਵਤਾ ਤੁਹਾਡੀ, ਉਹ ਕਿੱਥੇ ਆ ਉਹ ਗਿਆਨ ਜਿਹੜਾ ਸਿੱਖਾਂ ਨੂੰ ਸੁਣਾ ਕੇ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਬੱਚਿਆਂ ਨੂੰ, ਸਿੱਖਾਂ ਦੀਆਂ ਕਈ ਜਿਹੜੀਆਂ ਹੈਗੀਆਂ ਪੁਸ਼ਤਾਂ, ਕਈ ਇਹੋ ਜਿਹੇ ਲੋਕ ਨੇ ਸਿੱਖਾਂ ਦੇ ਵਿੱਚ ਜਿਹੜੇ ਇਹਨਾਂ ਦੇ ਅਸਰ ਹੇਠ ਆ ਕੇ ਸਿੱਖੀ ਅਤੇ ਸਿੱਖਾਂ ਨੂੰ ਗਲਤ ਸਮਝਦੇ ਰਹੇ। ਉਹ ਇਤਿਹਾਸਕ ਮੌਕਾ ਆਇਆ ਹੋਇਆ ਜੀ, ਜਦੋਂ ਕਾਮਰੇਡਾਂ ਨੂੰ ਇਹਨਾਂ ਦੇ ਹੀ ਨਾਲ ਦੇ ਸਾਥੀਆਂ ਨੇ ਘੇਰ ਕੇ ਪੁੱਛਣਾ ਜ਼ਰੂਰ ਆ ਕਿ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਆਪਾਂ ਸਿਆਣੇ ਬਣੇ ਆ, ਉਹ ਸਿਆਣਪ ਹੁਣ ਕਿੱਥੇ ਗਈ ਹੋਈ ਸੀ? ਆਪਾਂ ਤਾਂ ਕਹਿੰਦੇ ਸੀ ਕਿ ਦਿੱਲੀ ਵਾਲੇ ਜਿਹੜੇ ਨੇ ਉਹਨਾਂ ਨਾਲ ਨੈਗੋਸ਼ੀਏਸ਼ਨ ਕਰਨੀ ਚਾਹੀਦੀ ਸੀ, ਐਵੇਂ ਭਿੰਡਰਾਂ ਨੇ ਹਥਿਆਰ ਚੁਕਾਤੇ, ਹੁਣ ਫਿਰ ਕੀ ਬਣਿਆ ਜੀ? ਇਹ ਦੋਸ਼ੀਆਂ ਵਾਲੇ ਕਟਹਿਰੇ 'ਚ ਖੜੇ ਹੋਣ ਜਾ ਰਹੇ ਨੇ, 50% ਤਾਂ ਖੜੇ ਹੋ ਹੀ ਗਏ। ਤੇ ਜੇਕਰ ਆਪਾਂ ਕੋਈ ਇਹੋ ਜਿਹੀ ਹਰਕਤ ਕਰੀਏ ਜਿਹਦੇ ਨਾਲ ਸੰਘਰਸ਼ ਨੂੰ ਕਮਜ਼ੋਰੀ ਮਿਲੇ ਤਾਂ ਭਾਈ ਇਹਨਾਂ ਨੇ ਸੱਚੇ ਹੋ ਜਾਣਾ, ਆਪਾਂ ਝੂਠੇ ਸਿੱਧ ਹੋ ਜਾਣਾ। ਸੋ ਇੱਕ ਇਹ ਬੇਨਤੀ ਆ ਮੇਰੀ ਬਈ ਜਦੋਂ ਇਹ ਸੰਘਰਸ਼ ਜਿਸ ਦਿਸ਼ਾ ਵਿੱਚ ਜਿਸ ਤਰੀਕੇ ਨਾਲ ਅੱਗੇ ਚੱਲ ਰਿਹਾ, ਕੁਝ ਗੱਲਾਂ ਕਹਿਣ ਦੀ ਲੋੜ ਹੁੰਦੀ, ਸਮਝਣ ਦੀ ਲੋੜ ਹੁੰਦੀ। ਉਸ ਦਿਸ਼ਾ ਨੂੰ, ਉਸ ਗੱਲ ਨੂੰ ਸਮਝੋ। ਕੋਈ ਐਵੇਂ ਬਹੁਤਾ ਜ਼ਿਆਦਾ ਵੀ ਫਲਾਨਾ ਬੁਲਾਓ ਜੀ, ਨਹੀਂ ਐ ਹੋ ਜੂ, ਉਹ ਹੋ ਜੂ, ਇਹੋ ਜਿਹੀਆਂ ਗੱਲਾਂ ਨਾ ਕਰੋ। ਕੋਈ ਲੋੜ ਨਹੀਂ ਹੈਗੀ। ਅਜੇ ਨਾ ਤਾਂ ਰਾਗ ਮੁੱਕਿਆ, ਨਾ ਸਰੰਗੀ ਟੁੱਟੀ ਆ, ਨਾ ਕੋਈ ਗੱਲ, ਨਾ ਕੋਈ ਬਾਤ, ਅਜੇ ਬੜਾ ਕੁਝ ਹੋਣਾ। ਦਿੱਲੀ ਦਰਬਾਰ ਪੂਰਾ ਆਕੜਿਆ ਹੋਇਆ। ਤੋਮਰ ਹੁਣੀ, ਮੋਦੀ ਹੁਣੀ ਕਹਿੰਦੇ ਵੀ ਜੇਕਰ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਨ ਵਾਲੇ ਪਾਸੇ ਤੁਰ ਪਏ ਨਾ, ਸਾਡੀ ਤਾਂ ਰਹਿੰਦੀ ਹੋਈ ਨਹੀਂ, ਸਾਡੇ ਤਾਂ ਪੱਲੇ ਹੀ ਕੱਖ ਨਹੀਂ ਰਹਿਣਾ। ਸੋ ਉਹ ਆਪਦੇ ਪੱਲੇ ਸਭ ਕੁਝ ਰੱਖਣ ਦੇ ਲਈ ਸਾਰੇ ਭਾਰਤ ਨੂੰ ਬਲਦੀ ਦੇ ਬੂਥੇ ਦੇਣ ਨੂੰ ਤਿਆਰ ਨੇ। ਉਹਨਾਂ ਨੂੰ ਜੋ ਮਰਜ਼ੀ ਕਰਨਾ ਪਵੇ, ਮਾੜਾ ਹੀ ਵਾਪਰਨਾ, ਤੇ ਜਿੱਦਣ ਉਹ ਮਾੜਾ ਵਾਪਰਨਾ ਉਦਣ ਲੜਾਂਗੇ ਤਾਂ ਸਹੀ, ਕਿਉਂਕਿ ਲੜਨਾ ਆਪਦੀ ਧਰਤੀ ਲਈ, ਆਪਦੇ ਹੱਕਾਂ ਲਈ, ਆਪਦੀਆਂ ਨਸਲਾਂ ਲਈ, ਆਪਦੀਆਂ ਫਸਲਾਂ ਲਈ ਸਾਡਾ ਹੱਕ ਆ। ਲੜਦੇ ਲੜਦੇ ਇਹਨਾਂ ਕਾਮਰੇਡਾਂ ਨੂੰ ਜ਼ਰੂਰ ਪੁੱਛਾਂਗੇ ਵੀ ਹੁਣ ਭਾਈ ਸਾਹਿਬ 40 ਸਾਲ ਤੁਸੀਂ ਰੱਜ ਕੇ ਸਾਨੂੰ ਭੰਡਿਆ ਵੀ ਸਟੇਟ ਨਾਲ ਗੱਲ ਨਹੀਂ ਕਰਨੀ ਆਉਂਦੀ ਸਿੱਖਾਂ ਨੂੰ, ਹੁਣ ਤਾਂ ਸਿੱਖ ਗੱਲ 'ਚ ਹੀ ਨਹੀਂ ਸੀ। ਹਾਂ, ਜਦੋਂ ਇਹ ਆਪਾਂ ਨੂੰ ਪਤਾ ਕਿ ਇਹ ਗੱਲ ਤੋਮਰ ਹੁਣਾਂ ਨੇ ਸਿਰੇ ਨਹੀਂ ਚੜ੍ਹਨ ਦੇਣੀ, ਤੇ ਇੱਕ ਨਾ ਇੱਕ ਦਿਨ ਇਹੋ ਜਿਹੀ ਸਥਿਤੀ ਜ਼ਰੂਰ ਬਣ ਸਕਦੀ ਆ ਜਿਹਦੇ ਨਾਲ ਇਹ ਕਿਸਾਨ ਯੂਨੀਅਨਾਂ ਦੇ ਵਿਚਲੇ ਕਾਮਰੇਡ ਲੀਡਰਾਂ ਨੂੰ ਦੁਨੀਆ ਭਰ ਦੇ ਵਿੱਚੋਂ ਲਾਹਣਤਾਂ ਪੈਣ ਕਿ ਆਹ ਕੀ ਕੀਤਾ। ਹੁਣ ਜਿਹਨੂੰ ਲੱਗਦਾ ਕਿ ਦੀਪ ਸਿੱਧੂ ਨੂੰ ਵੀ ਲਾਹਣਤਾਂ ਪੈਣੀਆਂ ਚਾਹੀਦੀਆਂ, ਲੱਖੇ ਸਿਧਾਣੇ ਨੂੰ ਵੀ ਲਾਹਣਤਾਂ ਪੈਣੀਆਂ ਚਾਹੀਦੀਆਂ, ਸਾਡੀ ਕੌਮ ਦੀਆਂ ਹੋਰ ਜਿਹੜੀਆਂ ਸਤਿਕਾਰਤ ਸ਼ਖਸੀਅਤਾਂ ਨੇ ਉਹਨਾਂ ਨੂੰ ਲਾਹਣਤਾਂ ਪੈਣੀਆਂ ਚਾਹੀਦੀਆਂ, ਉਹ ਤਾਂ ਜ਼ਰੂਰ ਚਾਹਣਗੇ ਕਿ ਆਪਾਂ ਭਾਈ ਇਸ ਲੀਡਰਸ਼ਿਪ ਦਾ ਹਿੱਸਾ ਉਹਨਾਂ ਨੂੰ ਬਣਾ ਦਈਏ। ਪਰ ਜਿਹੜਾ ਸਿਆਣਾ ਬੰਦਾ ਉਹ ਇਹ ਕਹੂਗਾ ਵੀ ਆਪਾਂ ਨੂੰ ਸਾਰੇ ਆਂਡੇ ਇੱਕ ਟੋਕਰੀ 'ਚ ਨਹੀਂ ਰੱਖਣੇ ਚਾਹੀਦੇ, ਕੁਝ ਬੰਦੇ ਸਾਈਡ ਤੇ ਰੱਖੋ, ਕੁਝ ਬੰਦੇ ਆਸੇ-ਪਾਸੇ ਰਹਿਣ, ਜਿਹੜੇ ਧੜੱਲੇ ਨਾਲ ਗੱਲ ਕਰਦੇ ਰਹਿਣ, ਤੇ ਅੱਗੇ ਚੱਲ ਕੇ ਉਹ ਮੌਕਾ ਆਵੇ ਜਦੋਂ ਆਪਾਂ ਨੂੰ ਲੋੜ ਪਵੇ, ਉਦੋਂ ਆਪਾਂ ਉਹ ਤਾਕਤ ਵੀ ਵਰਤ ਸਕੀਏ। ਹੁਣ ਕਈ ਕਹਿੰਦੇ ਆ ਜੀ ਉਹ ਸੋਸ਼ਲ ਮੀਡੀਆ ਤੇ ਰਾਹੀਂ ਜੋਸ਼ ਨੂੰ ਭੜਕਾਉਂਦੇ ਆ ਜੀ, ਇਸ ਕਰਕੇ ਕਹਿੰਦੇ ਕੰਮ ਗਲਤ ਆ। ਹੁਣ ਸਾਰੇ ਭਾਈ ਗਾਂਧੀ ਦੇ ਚੇਲੇ ਤਾਂ ਹੁੰਦੇ ਨਹੀਂ। ਮੈਨੂੰ ਤਾਂ ਹਾਸਾ ਆਉਂਦਾ ਆ ਲਾਲ ਝੰਡੇ ਵਾਲਿਆਂ ਤੇ ਜਿਹੜੀਆਂ ਬਾਹਲੀਆਂ ਸਿਆਣਪਾਈਆਂ ਘੋਟਦੇ ਆ। ਸਾਡਾ ਤਾਂ ਚਲੋ ਸਿੱਧਾ ਧਰਮ ਆ ਨਾ, ਸਾਡੇ ਤਾਂ ਸਿੱਧੀ ਗੱਲ ਆ ਵੀ ਚੂੰਕਾਰ ਹਜਾ ਹਮ ਹੀਲ ਤੇ ਦਰਗ ਜਸਤ ਹਲਾਲ ਅਸਤ ਬੁਰਦਨਵਾ ਸ਼ਮਸ਼ੀਰ ਦਸਤ। ਸਾਡੇ ਤਾਂ ਬਾਬਾ ਨਾਨਕ ਸਾਨੂੰ ਮੱਤ ਸਿੱਧੀ ਦੇ ਕੇ ਗਿਆ ਹੋਇਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਧੀ ਮੱਤ ਦਿੰਦਾ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਸਾਨੂੰ ਤਾਂ ਸਾਡਾ ਧਰਮ ਅਲਾਓ ਕਰਦਾ ਕਿ ਸ਼ਾਸਤਰ ਹਥਿਆਰਬੰਦ ਹੋ ਕੇ ਆਪਦੀ ਤੇ ਆਪਦੇ ਆਲੇ ਦੁਆਲੇ ਸਰਬੱਤ ਦੇ ਭਲੇ ਲਈ ਲੜਨ ਮਰਨ ਤੋਂ ਕਦੇ ਝਿਜਕਣਾ ਨਹੀਂ। ਹੁਣ ਇਹਨਾਂ ਦੀ ਨਹੀਂ ਸਮਝ ਲੱਗਦੀ। ਰਾਗ ਹਰੇਕ ਵੇਲੇ ਅਲਾਪਣਗੇ ਸ਼ਾਂਤੀ ਦਾ, ਤੇ ਕਿਤਾਬ ਰੱਖਣਗੇ ਭਗਤ ਸਿੰਘ ਦੀ। ਭਗਤ ਸਿੰਘ ਨੇ ਤਾਂ ਬੰਦਾ ਮਾਰਿਆ ਵੀ, ਉਹ ਤਾਂ ਮਰਿਆ ਨਹੀਂ, ਉਹ ਤੋਂ ਜਿਹੜਾ ਦੋਸ਼ੀ ਸੀਗਾ ਮਾਰਨਾ ਸੀ SP ਸਕਾਂਡਾ ਸਾਂਡਰਸ ਰੋੜਤਾ, ਸਕਾਟ ਮਾਰਨਾ ਸੀ ਸਾਂਡਰਸ ਰੋੜਤਾ। ਹੁਣ ਗੱਲ ਕਰਨੀ ਆ ਭਗਤ ਸਿੰਘ ਵਰਗੀ, ਅਸੀਂ ਭਗਤ ਸਿੰਘ ਦੇ ਵਾਰਸਾਂ, ਭਗਤ ਸਿੰਘ ਐ ਸੀ, ਭਗਤ ਸਿੰਘ ਉਹ ਸੀ, ਤੇ ਭਗਤ ਸਿੰਘ ਨੂੰ ਵੀ ਗਾਂਧੀ ਵਰਗਾ ਬਣਾਤਾ, ਕਿਤਾਬਾਂ ਜਿਹੀਆਂ ਦਿਖਾ ਕੇ ਉਹਨੂੰ ਕਹਿੰਦੇ ਜੋ ਕਿਤਾਬ ਪੜ੍ਹਦਾ ਸੀ ਉਹ ਕਿਤਾਬਾਂ ਵਾਲਾ ਸੀ। ਉਹਦਾ ਜਿਹੜਾ ਯੋਧਿਆਂ ਵਾਲਾ ਰੂਪ ਸੀਗਾ ਉਹ ਵੀ ਮਿੱਟੀ ਪਲੀਤ ਕਰਦੀ। ਭਗਤ ਸਿੰਘ ਜੇ ਕਿਤੇ ਹੁਣ ਆ ਜੇ ਨਾ, ਸਭ ਤੋਂ ਪਹਿਲਾਂ ਇਹਨਾਂ ਦੇ ਦੁਆਲੇ ਹੋਵੇ ਵੀ ਮੈਂ ਤਾਂ ਹੈ ਨਹੀਂ ਜੀ, ਤੁਸੀਂ ਬਣਾਤਾ ਮੈਨੂੰ। ਦੂਜੀ ਗੱਲ ਇਹ, ਇੱਕ ਤਾਂ ਇਹ ਬੜੇ ਨਾਟਕ ਜੇ ਕਰਦੇ ਆ, ਬੜੇ ਡਰਾਮੇ ਕਰਦੇ ਆ ਕਾਮਰੇਡ,
ਮੈਂ ਫਿਰ ਪਰਤ ਆਵਾਂਗਾ, ਭਗਤ ਸਿੰਘ ਦੀ ਵਾਪਸੀ, ਇਦਾਂ ਦੇ ਕਈ ਨਾਟਕ ਜਿਹੇ ਲਿਖੀ ਫਿਰਦੇ ਆ। ਤੇ ਮੈਂ ਹੱਸਦਾ ਹੁੰਦਾ ਵੀ ਜੇ ਕਿਤੇ ਭਗਤ ਸਿੰਘ ਆ ਗਿਆ ਨਾ, ਸਭ ਤੋਂ ਪਹਿਲਾਂ ਤੁਸੀਂ ਕਹਿਣਾ ਇਹਨੂੰ ਛੇਤੀ ਮਰਵਾਓ, ਸਭ ਤੋਂ ਪਹਿਲਾਂ ਛੇਤੀ ਇਹ ਗਦਾਰੀ ਕਰਨਗੇ। ਕਿਉਂ? ਭਗਤ ਸਿੰਘ ਦੇ ਫਲਸਫੇ ਦੇ ਵਿੱਚ ਇਹ ਬੰਦੇ ਫਿੱਟ ਹੀ ਨਹੀਂ ਬੈਠਦੇ। ਇਹ ਤਾਂ ਵਿਚਾਰੇ ਗਾਂਧੀ ਬਣੇ ਫਿਰਦੇ ਆ। ਤੋ ਗਾਂਧੀਵਾਦੀ ਸੋਚ ਨਾਲ ਭਗਤ ਸਿੰਘ ਦੀ ਸੋਚ ਰਲਾ ਕੇ ਪਤਾ ਨਹੀਂ ਕੀ ਇਹ ਖਿਚੜੀ ਜੀ ਬਣਾਈ ਫਿਰਦੇ ਆ। ਤੋ ਇਹਨਾਂ ਲੋਕਾਂ ਦੇ ਬਾਹਲੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਮੈਂ ਤਾਂ ਕਹਿੰਦਾ ਕਿਸੇ ਨੂੰ ਪਰਵਾਹ ਕਰਨ ਦੀ ਲੋੜ ਨਹੀਂ। ਆਪਦਾ ਆਪਾਂ ਖਾਲਸਾਈ ਸਿਧਾਂਤ ਦੇ ਉੱਤੇ ਪਹਿਰਾ ਦਵੋ ਠੋਕ ਵਜਾ ਕੇ। ਇਹ ਸਾਡਾ ਸੰਘਰਸ਼ ਆ। ਇਹ ਜਿੰਨੀ ਕੁ ਇਹਨਾਂ ਦੀ ਵਰਤੋਂ ਕਰ ਸਕਦੇ ਆ ਕਰੋ, ਜਿੰਨਾ ਜਿੱਥੇ ਤੱਕ ਲਿਜਾ ਸਕਦੇ ਆ ਲੈ ਕੇ ਜਾਣ। ਜਿੱਦਣ ਕੋਈ ਪੰਗਾ ਪੈ ਗਿਆ, ਜਿੱਦਣ ਕੋਈ ਜਬਖਾਨਾ ਪੈ ਗਿਆ, ਉਦੋਂ ਦੇਖ ਲਾਂਗੇ ਕੀ ਕਰਨਾ। ਐਵੇਂ ਕਾਹਤੋਂ ਆਪਾਂ ਹਾਲ ਦਹਾਈ ਪਾਈ ਪਈ ਆ ਜੀ। ਹਾਂ ਜੀ, ਦੀਪ ਸਿੱਧੂ ਨੂੰ ਨਹੀਂ ਬੁਲਾਉਂਦੇ। ਉਹ ਭਾਈ ਕਿਸੇ ਨੂੰ ਨਾ ਬੁਲਾਉਣ, ਚਾਹੇ ਸਿੱਖ ਨੂੰ, ਚਾਹੇ ਉਹ ਮੁਕੰਮਲ ਕਹਿ ਦੇਣ ਜਿਹਦੀ ਪੱਗ ਤੇ ਦਾੜਾ ਹੈ ਨਹੀਂ, ਤਾਂ ਵੀ ਆਪਾਂ ਇਹਨਾਂ ਦਾ ਖਹਿੜਾ ਨਹੀਂ ਛੱਡਣਾ। ਕਿਉਂਕਿ ਇਹ ਹਰ ਉਹ ਟੁੱਚਲ ਹਰਕਤ ਕਰਨਗੇ ਜਿਹਦੇ ਨਾਲ ਆਪਾਂ ਸਿੱਖ ਜਿਹੜੇ ਆ, ਕਿਉਂਕਿ ਹੁਣ ਖਹਿੜਾ ਵੀ ਤਾਂ ਛਡਾਉਣਾ ਕਿਸੇ ਤਰੀਕੇ ਨਾਲ। ਸੋ ਅਸੀਂ ਠੋਕ ਵਜਾ ਕੇ ਇਹਨਾਂ ਦੇ ਨਾਲ ਖੜਨਾ, ਚਟਾਨ ਵਾਂਗੂ ਨਾਲ ਖੜਨਾ, ਭੱਜਣ ਦੇਣਾ ਨਹੀਂ। ਤੇ ਠੋਕ ਵਜਾ ਕੇ ਆਪਾਂ ਇਸ ਸੰਘਰਸ਼ ਨੂੰ ਜਿੱਤਣ ਤੱਕ, ਇਹਦਾ ਆਹ ਲਿਖੀ ਜੇ ਫਿਰਦੇ ਆ ਅੱਜ, ਜਿਵੇਂ ਇਹਨਾਂ ਨੇ ਲਿਖਿਆ ਜਾਂ ਮਰਾਂਗੇ ਜਾਂ ਜਿੱਤਾਂਗੇ। ਅਸੀਂ ਤਾਂ ਭਾਈ ਜਿੱਤਾਂਗੇ ਹੀ ਜਿੱਤਾਂਗੇ। ਅਸੀਂ ਮਰਾਂਗੇ ਮੁਰਾਂਗੇ ਵਾਲੇ ਦਾ ਕੰਮ ਨਹੀਂ ਜਾਣਦੇ, ਸਾਨੂੰ ਤਾਂ ਜਿੱਤਣਾ ਆਉਂਦਾ। ਤੋ ਅਸੀਂ ਸਮੁੱਚੇ ਸਿੱਖ ਸੰਗਤ ਨੂੰ, ਖਾਲਸਾ ਪੰਥ ਨੂੰ ਇਹ ਬੇਨਤੀ ਕਰਦੇ ਹਾਂ ਕਿ ਕਾਮਰੇਡਾਂ ਦੀਆਂ ਚਾਰ ਚਵਲੀਆਂ ਜਿਹੀਆਂ ਗੱਲਾਂ ਪਿੱਛੇ ਐਵੇਂ ਆਪਦਾ ਦਿਮਾਗ ਨਾ ਖਰਾਬ ਕਰਿਆ ਕਰੀਏ। ਆਪਣਾ ਸੰਘਰਸ਼ ਆਪਣੀ ਧਰਤੀ ਨੂੰ ਆ। ਆਪਾਂ ਕਿਸੇ ਲਾਲ ਝੰਡੇ ਲਈ ਨਹੀਂ ਆਏ। ਅਸੀਂ ਆਪਦੇ ਖਾਲਸੇ ਨਿਸ਼ਾਨ ਸਾਹਿਬ ਲਈ ਆਏ ਆ। ਅਸੀਂ ਇਹਨਾਂ ਦੇ ਕਰਕੇ ਨਹੀਂ ਆਏ, ਅਸੀਂ ਆਪਦੇ ਕਰਕੇ ਆਏ ਆ। ਇਹ ਸੰਘਰਸ਼ ਜਿੱਤਣਾ ਸਾਡੀ ਲੋੜ ਆ। ਅਸੀਂ ਇਹਨੂੰ ਜਿੱਤਾਂਗੇ। ਸੋ ਅੱਜ ਦੇ ਜਿਹੜੀ ਮੀਟਿੰਗ ਸੀਗੀ ਉਹਦੇ 'ਚ ਜਿਵੇਂ ਕੁਝ ਨਹੀਂ ਨਿਕਲਣਾ 15 ਵਾਲੀ 'ਚ ਵੀ ਨਹੀਂ, ਪਰ ਜਦੋਂ ਤੱਕ ਇਹ ਮੂਹਰਲੀਆਂ ਜਿਹੜੀਆਂ ਕੁਰਸੀਆਂ ਤੇ ਬੈਠੇ ਨੇ ਇਹਨਾਂ ਦੇ ਚੰਗੀ ਤਰ੍ਹਾਂ ਹੱਥ ਨਹੀਂ ਖੜੇ ਹੁੰਦੇ, ਫਿਰ ਇਹਨਾਂ ਨੂੰ ਪੁੱਛਾਂਗੇ ਵੀ ਹੁਣ ਦੱਸ। ਉਦੋਂ ਤਾਂ ਸਾਨੂੰ ਮਤਾਂ ਦਿੰਦੇ ਹੁੰਦੇ ਸੀਗੇ ਵੀ ਤੁਹਾਨੂੰ ਅਕਲ ਨਹੀਂ। ਜਸਵੰਤ ਸਿੰਘ ਕਮਲ ਨੇ ਵੀ ਗਾਡਰ ਜਿਹੜੇ ਲੇਖ ਲਿਖ ਕੇ ਲੋਕਾਂ ਨੂੰ ਅਕਲ ਦੇਈ ਜਾਣੀ। ਪਿੱਛੇ ਜੇ ਇੱਕ ਵਿਆਹ ਦੇ ਉੱਤੇ ਇਕੱਠੇ ਹੋਏ, ਉੱਥੇ ਫਿਰ ਬਹਿਸ ਵੀ ਕੀਤੀ ਸੀ ਮੈਂ ਵੀ ਨਾ ਤਾਂ ਅਸੀਂ ਤੁਹਾਡੀ ਉਦੋਂ ਗੱਲ ਸੁਣੀ ਸੀ, ਨਾ ਹੁਣ ਸੁਣਨੀ ਆ। ਪਰ ਸਾਨੂੰ ਇਸ ਗੱਲ ਤੇ ਹਾਸਾ ਬੜਾ ਆਉਂਦਾ ਵੀ ਜੇਕਰ ਇੰਨਾ ਹੀ ਸਿਆਣਪ ਵਾਲੀ ਗੱਲ ਹੁੰਦੀ ਤਾਂ ਫਿਰ ਸਾਰੇ ਭਾਰਤ ਦੇ ਵਿੱਚ ਕਾਮਰੇਡਾਂ ਦੀ ਸਰਕਾਰ ਹੀ ਬਣਿਆ ਕਰਦੀ। ਹਾਂ, ਇੰਨਾ ਠੀਕ ਆ ਕਿ ਜਿਹੋ ਜਿਹਾ ਹੁਣ RSS ਵਾਲਿਆਂ ਨਾਲ ਤੇ ਕਾਮਰੇਡਾਂ ਦਾ ਇਹ ਪੇਚਾ ਪਿਆ ਹੋਇਆ, ਇਹਦੇ ਚੋਂ ਜਿਵੇਂ ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਇਸ ਮੁਲਕ ਦੇ ਟੁਕੜੇ ਬੜੇ ਹੋਣੇ ਆ, ਤੇ ਕਹਿੰਦੇ ਵੀ ਸਾਰੇ ਇਹੀ ਆ ਵੀ ਰੂਸ ਵਾਂਗੂ ਟੁਕੜੇ ਹੋਣਗੇ। ਸੋ ਰੂਸ ਵਾਲਿਆਂ ਦਾ, ਕਾਮਰੇਡਾਂ ਦਾ, ਇਹਨਾਂ ਦਾ ਧੰਨਵਾਦ ਹੀ ਕਰਾਂਗੇ ਜੇ ਸਾਡਾ ਵੀ ਵਿੱਚ ਵਿਚਾਲੇ ਕੋਈ ਦਾ ਲੱਗ ਜੇ, ਸਾਡਾ ਵੀ ਆਪਦਾ ਮੁਲਕ ਹੋਂਦ ਵਿੱਚ ਆ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।